कि ਜਿਹੜੇ ਬੇਅਦਬੀ ਦੇ ਦੋਸ਼ੀ ਹੈ ਇਹ ਜਦੋਂ ਬਰਗਾੜੀ ਇਨਸਾਫ ਮੋਰਚਾ ਲੱਗਾ ਸੀ ਉਸ ਵੇਲੇ ਹੀ ਪਛਾਣੇ ਗਏ ਸੀ, ਪਰ CBI ਦੇ ਕੋਲੇ ਜਾਂਚ ਹੋਣ ਕਰਕੇ ਇਹਨਾਂ ਦੀ ਗ੍ਰਿਫਤਾਰੀ ਇਸ ਬੇਅਦਬੀ ਕਾਂਡ ਵਿੱਚ ਨਹੀਂ ਸੀ ਪੈ ਚੁੱਕੀ। ਇਹਨਾਂ ਨੂੰ ਮੋਗਾ ਕਾਂਡ ਦੇ ਵਿੱਚ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਸੀ ਜਦੋਂ ਸਰਸੇਵਾਲੇ ਦੇ ਚੇਲਿਆਂ ਨੇ ਮੋਗਾ ਦੇ ਵਿੱਚ ਸਾੜ ਫੂਕ ਕੀਤੀ ਸੀ। ਔਰ ਨਾਲ ਹੀ ਡੇਰਾ ਸਿਰਸਾ ਮੁਖੀ ਪਖੰਡੀ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਵਾ ਕਿ ਹੁਣ ਜਿਸ ਵੇਲੇ SIT ਨੇ ਗ੍ਰਿਫਤਾਰੀਆਂ ਕੀਤੀਆਂ, ਸਰਸੇਵਾਲੇ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ, ਤਾਂ ਇੱਕ ਬੜੀ ਜੱਦੋਜਹਿਦ ਹੋਈ ਹੈ। CBI ਦੁਬਾਰਾ ਮੋਹਾਲੀ ਕੋਰਟ ਦੇ ਵਿੱਚ ਗਈ ਹੈ। ਮੋਹਾਲੀ ਕੋਰਟ ਦੇ ਵਿੱਚ ਕੱਲ੍ਹ CBI ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਹੈ ਕਿ SIT ਦੇ ਕੋਲੋਂ ਇਹ ਜਾਂਚ ਵਾਪਸ ਲਈ ਜਾਵੇ, ਜਾਂਚ ਅਸੀਂ ਕਰਨੀ ਹੈ। ਪਰ ਹੁਣ CBI ਨੇ ਕੀਤਾ ਕੁਝ ਨਹੀਂ, SIT ਨੇ ਦੋਸ਼ੀ ਫੜ ਲਏ, ਸਰਸੇ ਵਾਲਾ ਨਾਮਜ਼ਦ ਕਰਤਾ ਤੇ ਹੁਣ CBI ਵੀ ਸੁੱਤੀ ਜਾਗ ਪਈ ਆ। ਸ਼੍ਰੋਮਣੀ ਕਮੇਟੀ ਦਾ ਮੈਨੇਜਰ ਆ, ਉਹ ਕਿਤੇ ਇਹ ਜਾ ਕੇ ਨਾ ਕਿ ਮੋਹਾਲੀ ਕੋਰਟ ਦੇ ਵਿੱਚ ਕਿ ਅਸੀਂ ਤਾਂ CBI ਤੋਂ ਜਾਂਚ ਕਰਾਉਣੀ ਹੈ ਜੀ, ਪੰਜਾਬ ਪੁਲਿਸ ਪੰਜਾਬ ਸਰਕਾਰ ਤੋਂ ਨਹੀਂ ਕਰਾਉਣੀ, ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਵੱਲੋਂ ਉਸ ਦਿਨ ਦਾ ਰੌਲਾ ਪਾਇਆ ਜਾ ਰਿਹਾ। HS ਫੂਲਕਾ ਸਾਹਿਬ ਨੇ ਲੂਣ ਵਿੱਚ ਆਟਾ ਗੁੰਨਣ ਦੀ ਕੋਸ਼ਿਸ਼ ਕੀਤੀ ਹੈ। ਜੋ ਚਾਰਜ ਸੀਟ SIT ਨੇ ਪੇਸ਼ ਕੀਤੀ ਹੈ ਫਰੀਦਕੋਟ ਦੀ ਅਦਾਲਤ ਵਿੱਚ, ਉਹਦੇ ਤੋਂ ਬਿਲਕੁਲ ਵੱਖਰੀ ਸਟੇਟਮੈਂਟ। ਪਤਾ ਨਹੀਂ ਉਹਨੂੰ ਸਰਸੇ ਵਾਲੇ ਨੇ ਸੁਪਨੇ 'ਚ ਆ ਕੇ ਦੱਸਿਆ ਕਿ ਮੈਂ ਆਹ ਕਰਨਾ ਚਾਹੁੰਦਾ ਸੀ, ਕਿਉਂਕਿ ਜਾਂਚ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਤਾਂ ਕਿਤੇ ਆਇਆ ਨਹੀਂ। ਇਹ ਜਿਹੜੀ ਗੱਲ ਵੀ ਸਰਸੇ ਵਾਲੇ ਮਾਝੀ ਨੂੰ ਮਾਰਨਾ ਚਾਹੁੰਦੇ, ਕੀ ਉਹ ਸਰਸੇ ਵਾਲੇ ਨੇ ਜਾਂ ਉਹਦੇ ਚੇਲਿਆਂ ਨੇ ਆ ਕੇ HS ਫੂਲਕਾ ਨੂੰ ਦੱਸਿਆ, ਕਿਉਂਕਿ ਉਹ ਜਾਂਚ ਪੜਤਾਲ 'ਚ ਤਾਂ ਕਿਤੇ ਹੈ ਨਹੀਂ। ਧੜੇ ਨੂੰ ਪ੍ਰਮੋਟ ਤੁਸੀਂ ਕਿਉਂ ਪ੍ਰਮੋਟ ਕਰ ਰਹੇ ਆ? ਕਿਉਂਕਿ ਜਿਸ ਵੇਲੇ ਤੁਸੀਂ MLA ਦੀ ਇਲੈਕਸ਼ਨ ਲੜੀ ਸੀ ਆਮ ਆਦਮੀ ਪਾਰਟੀ ਵੱਲੋਂ, ਤਾਂ ਇਹਨਾਂ ਨੇ ਚਾਹੇ ਉਹ ਮਾਝੀ ਆ, ਚਾਹੇ ਉਹ ਢਪਾਲੀ ਆ, ਚਾਹੇ ਪੰਥਪ੍ਰੀਤ ਸਿੰਘ ਆ, ਕੇਜਰੀਵਾਲ ਵੀ ਉਹਨਾਂ ਦੇ ਕੋਲ ਆਇਆ ਸੀਗਾ ਔਰ ਇਹਨਾਂ ਨੇ ਪਿੰਡਾਂ 'ਚ ਜਾ ਕੇ ਕਥਾ ਪ੍ਰਚਾਰ ਵੀ ਕੀਤਾ ਸੀ ਤੇ ਤੁਹਾਨੂੰ ਜਿਤਾਉਣ ਲਈ ਸਿਰ ਜੋੜ ਯਤਨ ਕੀਤੇ ਸੀ ਇਹਨਾਂ ਨੇ। ਆਪ ਸਾਰਿਆਂ ਨੂੰ ਤਕਰੀਬਨ ਪਤਾ ਲੱਗ ਹੀ ਚੁੱਕਾ ਕਿ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਪੰਜਾਬ ਸਰਕਾਰ ਦੀ ਬਣਾਈ ਹੋਈ SIT DIG ਰਣਵੀਰ ਸਿੰਘ ਖੱਟੜਾ ਦੀ ਅਗਵਾਈ 'ਚ ਜੋ ਕੰਮ ਕਰ ਰਹੀ ਆ, ਉਹਨੇ ਤਾਜ਼ੇ ਹੀ ਉਸ ਬੇਅਦਬੀ ਦੇ ਦੋਸ਼ੀਆਂ ਨੂੰ ਜਿਹੜੇ ਮਹਿੰਦਰਪਾਲ ਬਿੱਟੂ ਦੇ ਸਾਥੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦਾ ਚਲਾਨ ਪੇਸ਼ ਕਰ ਦਿੱਤਾ ਫਰੀਦਕੋਟ ਅਦਾਲਤ ਦੇ ਵਿੱਚ। ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਹੈ ਇਹ ਜਦੋਂ ਬਰਗਾੜੀ ਇਨਸਾਫ ਮੋਰਚਾ ਲੱਗਾ ਸੀ ਉਸ ਵੇਲੇ ਹੀ ਪਛਾਣੇ ਗਏ ਸੀ, ਪਰ CBI ਦੇ ਕੋਲੇ ਜਾਂਚ ਹੋਣ ਕਰਕੇ ਇਹਨਾਂ ਦੀ ਗ੍ਰਿਫਤਾਰੀ ਇਸ ਬੇਅਦਬੀ ਕਾਂਡ ਵਿੱਚ ਨਹੀਂ ਸੀ ਪੈ ਚੁੱਕੀ। ਇਹਨਾਂ ਨੂੰ ਮੋਗਾ ਕਾਂਡ ਦੇ ਵਿੱਚ ਜਿਹੜਾ ਸੀਗਾ ਗ੍ਰਿਫਤਾਰ ਕੀਤਾ ਸੀ ਜਦੋਂ ਸਰਸੇਵਾਲੇ ਦੇ ਚੇਲਿਆਂ ਨੇ ਮੋਗਾ ਦੇ ਵਿੱਚ ਸਾੜ ਫੂਕ ਕੀਤੀ ਸੀ। ਇਸ ਚਲਾਨ ਦੇ ਵਿੱਚ ਜਿਹੜਾ ਚਲਾਨ ਹੁਣ SIT ਨੇ ਪੇਸ਼ ਕੀਤਾ, ਇਹਦੇ ਵਿੱਚ 3 ਜਾਣਿਆਂ ਦੇ ਗ੍ਰਿਫਤਾਰੀ ਵਾਰੰਟ ਲਏ ਆ ਜਿਹੜੇ ਡੇਰੇ ਦੇ ਵਿੱਚੋਂ ਖਾਸ ਹੁਕਮ ਹਦਾਇਤਾਂ ਕਰਦੇ ਸੀ, ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ। ਔਰ ਨਾਲ ਹੀ ਡੇਰਾ ਸਿਰਸਾ ਮੁਖੀ ਪਖੰਡੀ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਵਾ ਕਿ ਉਹਦੇ ਇਸ਼ਾਰੇ 'ਤੇ ਸਾਰੀਆਂ ਬੇਅਦਬੀਆਂ ਹੋਈਆਂ ਨੇ। ਮੈਂ ਇੱਕ ਗੱਲ ਜਿਹੜੀ ਆ ਉਹ ਜ਼ਰੂਰੀ ਸਾਂਝੀ ਕਰਨੀ ਚਾਹੁੰਦਾ ਸੰਗਤਾਂ ਦੇ ਨਾਲ ਕਿ ਹੁਣ ਜਿਸ ਵੇਲੇ SIT ਨੇ ਗ੍ਰਿਫਤਾਰੀਆਂ ਕੀਤੀਆਂ, ਸਰਸੇਵਾਲੇ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ, ਤਾਂ ਇੱਕ ਬੜੀ ਜੱਦੋਜਹਿਦ ਹੋਈ ਹੈ। CBI ਦੁਬਾਰਾ ਮੋਹਾਲੀ ਕੋਰਟ ਦੇ ਵਿੱਚ ਗਈ ਹੈ। ਮੋਹਾਲੀ ਕੋਰਟ ਦੇ ਵਿੱਚ ਕੱਲ੍ਹ CBI ਨੇ ਇੱਕ ਐਪਲੀਕੇਸ਼ਨ ਦਾਇਰ ਕੀਤੀ ਹੈ ਕਿ SIT ਦੇ ਕੋਲੋਂ ਇਹ ਜਾਂਚ ਵਾਪਸ ਲਈ ਜਾਵੇ, ਜਾਂਚ ਅਸੀਂ ਕਰਨੀ ਹੈ। ਔਰ ਉਹਨਾਂ ਨੇ ਸਮਨਿੰਗ ਵੀ ਕਰਾਈ ਆ ਜਿਨ੍ਹਾਂ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀ ਕੰਪਲੇਂਟ ਦਰਜ ਕਰਵਾਈ ਸੀ। ਉਸ ਗੁਰੂ ਘਰ ਦਾ ਬੁਰਜਵਾਰ ਸਿੰਘ ਵਾਲਾ ਦਾ ਗ੍ਰੰਥੀ ਸਿੰਘ ਤੇ ਉਹਦੇ ਸਾਥੀ ਜਿਨ੍ਹਾਂ ਦੇ ਵੱਲੋਂ ਕੰਪਲੇਂਟ ਦਰਜ ਹੋਈ ਸੀ, ਜਿਨ੍ਹਾਂ ਦੀ ਕੰਪਲੇਂਟ 'ਤੇ ਬਾਜਾਖਾਨਾ 'ਚ ਪਰਚਾ ਦਰਜ ਹੋਇਆ ਸੀਗਾ, ਉਹਨਾਂ ਨੂੰ ਸੰਮਣ ਆਇਆ ਕਿ 10 ਤਰੀਕ ਨੂੰ ਉਹ ਮੋਹਾਲੀ ਕੋਰਟ ਦੇ ਵਿੱਚ ਪੇਸ਼ ਹੋਣ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਜੋ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਏ ਸੀ, ਇੱਕ ਤਾਂ ਉਹ FIR ਆ, ਇੱਕ ਬਾਅਦ ਵਿੱਚ ਜਿਹੜੇ ਧਮਕੀ ਭਰੇ ਪੱਤਰ ਪੋਸਟਰ ਲਾਏ ਸੀ ਕੰਧਾਂ 'ਤੇ ਸਰਸੇਵਾਲੇ ਦੇ ਚੇਲਿਆਂ ਨੇ, ਜਿਹਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਮੰਦਾ ਬੋਲਿਆ ਸੀ, ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਮੇਰੇ ਬਾਰੇ ਬਕਾਇਦਾ ਨਾਮ ਲਿਖ ਕੇ ਉਹਦੇ ਵਿੱਚ, ਤੇ ਨਾਲ ਹੀ 10 ਲੱਖ ਦਾ ਇਨਾਮ ਰੱਖਿਆ ਸੀ ਕਿ ਜੇ ਕੋਈ ਤੁਹਾਡਾ ਗੁਰੂ ਸਾਡੇ ਕੋਲ ਆ ਲੱਭਦੇ ਹੋ ਤੇ ਲੱਭ ਸਕਦੇ ਹੋ, ਲੱਭ ਲਓ ਤੇ ਤੁਹਾਨੂੰ ਸਲਾਬਤਪੁਰੇ ਡੇਰੇ 'ਚ ਇਨਾਮ ਦੇਵਾਂਗੇ ਜੇ ਤੁਸੀਂ ਲੱਭ ਸਕੋ ਤਾਂ। ਇੱਕ FIR ਉਹ ਦਰਜ ਆ। ਤੀਸਰੀ FIR ਜਦੋਂ 12 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਬਰਗਾੜੀ ਦੀਆਂ ਗਲੀਆਂ 'ਚ ਖਿਲਾਰੇ ਗਏ ਸੀ, ਉਹ ਜਿਹੜੀ ਕੰਪਲੇਂਟ ਹੈ
ਉਹ ਬਰਗਾਰੀ ਪਿੰਡ ਦੇ ਵਿੱਚ ਜਿਹੜਾ ਇਤਿਹਾਸਕ ਸਥਾਨ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ, ਤੇ ਉੱਥੇ ਦਾ ਜਿਹੜਾ ਮੈਨੇਜਰ ਆ ਉਸ ਮੈਨੇਜਰ ਦੀ ਐਪਲੀਕੇਸ਼ਨ ਤੇ ਕੰਪਲੇਂਟ ਦੇ ਉੱਤੇ FIR ਜਿਹੜੀ ਆ ਉਹ ਦਰਜ ਹੋਈ ਸੀ, ਪਰਚਾ ਮੁਕੱਦਮਾ ਦਰਜ ਹੋਇਆ ਸੀਗਾ। ਉਸ ਨੂੰ ਵੀ ਸ਼ਾਇਦ ਉੱਥੇ ਜਿਹੜਾ ਹੈ CBI ਨੇ ਮੋਹਾਲੀ ਕੋਰਟ ਦੇ ਵਿੱਚ ਬੁਲਾਇਆ, ਤੇ ਜਿਸ ਵੇਲੇ ਬਾਕੀ ਸਾਰੇ ਜਾਣਗੇ ਉਹ ਤਾਂ ਸਾਰੇ ਇੱਕੋ ਗੱਲ ਦੇ ਉੱਤੇ ਹੈ ਕਿ ਇਨਸਾਫ ਮਿਲਣਾ ਚਾਹੀਦਾ, ਚਾਹੇ CBI ਕਰੇ ਤੇ ਚਾਹੇ SIT ਕਰੇ। ਪਰ ਹੁਣ CBI ਨੇ ਕੀਤਾ ਕੁਝ ਨਹੀਂ, SIT ਨੇ ਦੋਸ਼ੀ ਫੜ ਲਏ, ਸਰਸੇ ਵਾਲਾ ਨਾਮਜ਼ਦ ਕਰਤਾ, ਤੇ ਹੁਣ CBI ਵੀ ਸੁੱਤੀ ਜਾਗ ਪਈ ਆ। ਮੈਨੂੰ ਲੱਗਦਾ ਅੱਜ ਸੰਗਤਾਂ ਨੂੰ ਇਹ ਦਬਾਅ ਬਣਾਉਣ ਦੀ ਲੋੜ ਆ ਸੰਸਾਰ ਭਰ ਦੇ ਵਿੱਚੋਂ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਨੇਜਰ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੇਠਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਮੈਨੇਜਰ ਆ, ਉਹ ਕਿਤੇ ਇਹ ਜਾ ਕੇ ਨਾ ਕਹੇ ਮੋਹਾਲੀ ਕੋਰਟ ਦੇ ਵਿੱਚ ਕਿ ਅਸੀਂ ਤਾਂ CBI ਤੋਂ ਜਾਂਚ ਕਰਾਉਣੀ ਹੈ ਜੀ, ਪੰਜਾਬ ਪੁਲਿਸ ਪੰਜਾਬ ਸਰਕਾਰ ਤੋਂ ਨਹੀਂ ਕਰਾਉਣੀ। ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਵੱਲੋਂ ਉਸ ਦਿਨ ਦਾ ਰੌਲਾ ਪਾਇਆ ਜਾ ਰਿਹਾ, ਇਸ ਦੇ ਨਾਲ ਇਹਨਾਂ ਦੀ ਬਿੱਲੀ ਹੋਰ ਥੈਲਿਓਂ ਬਾਹਰ ਆਊਗੀ ਕਿ ਵਾਕਿਆ ਹੀ ਬੇਅਦਬੀ ਦਾ ਇਨਸਾਫ ਨਹੀਂ ਚਾਹੁੰਦੇ। CBI ਨੇ ਡੱਕਾ ਤੋੜਿਆ ਨਹੀਂ, ਤੇ ਜਿਸ SIT ਨੇ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸਾਰੇ ਬੇਅਦਬੀ ਦੇ ਦੋਸ਼ੀ ਕੱਢੇ ਆ, ਉਹਨਾਂ ਕੋਲੋਂ ਜਾਂਚ ਵਾਪਸ ਲੈਣ ਦੀਆਂ ਗੱਲਾਂ ਕਰਨਗੇ। ਹੁਣ ਇੱਕ ਬੜੀ ਜੱਦੋ-ਜਹਿਦ ਜਿਹੜੀ ਆ, ਬੜੀ ਰੱਸਾਕੱਸੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਇਸ ਪਾਸੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ, ਪਰ ਮੈਂ ਵੇਖ ਰਿਹਾ ਵੀ ਕਈ ਲੋਕ ਜਿਹੜੇ ਆ ਉਹ ਚੀਚੀ ਉਂਗਲ ਤੇ ਖੂਨ ਲਾ ਕੇ ਸ਼ਹੀਦ ਕਹਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਇਹਦੇ ਵਿੱਚ ਇੱਕ ਸੀਨੀਅਰ ਐਡਵੋਕੇਟ ਤੇ ਸਾਬਕਾ MLA ਆਮ ਆਦਮੀ ਪਾਰਟੀ HS ਫੂਲਕਾ ਉਹ ਵੀ ਸਾਹਮਣੇ ਆਏ ਆ। ਜਿਵੇਂ ਕਹਾਵਤ ਆ, ਕਹਿੰਦੇ ਆਟੇ ਵਿੱਚ ਲੂਣ ਤਾਂ ਗੁੱਝ ਸਕਦਾ ਪਰ ਲੂਣ ਵਿੱਚ ਆਟਾ ਨਹੀਂ ਗੁੱਝਦਾ। HS ਫੂਲਕਾ ਸਾਹਿਬ ਨੇ ਲੂਣ ਵਿੱਚ ਆਟਾ ਗੁੰਨਣ ਦੀ ਕੋਸ਼ਿਸ਼ ਕੀਤੀ ਹੈ। ਜੋ ਚਾਰਜ ਸ਼ੀਟ SIT ਨੇ ਪੇਸ਼ ਕੀਤੀ ਹੈ ਫਰੀਦਕੋਟ ਦੀ ਅਦਾਲਤ ਵਿੱਚ, ਉਹਦੇ ਤੋਂ ਬਿਲਕੁਲ ਵੱਖਰੀ ਸਟੇਟਮੈਂਟ। ਪਤਾ ਨਹੀਂ ਉਹਨੂੰ ਸਰਸੇ ਵਾਲੇ ਨੇ ਸੁਪਨੇ 'ਚ ਆ ਕੇ ਦੱਸਿਆ ਕਿ ਮੈਂ ਆਹ ਕਰਨਾ ਚਾਹੁੰਦਾ ਸੀ, ਕਿਉਂਕਿ ਜਾਂਚ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਤਾਂ ਕਿਤੇ ਆਇਆ ਨਹੀਂ। DIG ਖੱਟੜਾ ਨੇ ਆਪਣੀ ਸਟੇਟਮੈਂਟ TV ਚੈਨਲਾਂ ਤੇ ਦਿੱਤੀ ਹੈ, ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਆਪਣੀ ਸਟੇਟਮੈਂਟ TV ਚੈਨਲਾਂ ਤੇ ਦਿੱਤੀ, ਉਹਦੇ 'ਚ ਤਾਂ ਕਿਤੇ ਜ਼ਿਕਰ ਨਹੀਂ ਜਿਹੜੀਆਂ ਗੱਲਾਂ HS ਫੂਲਕਾ ਸਾਹਿਬ ਕਹਿ ਰਹੇ ਆ। ਅੱਜ ਅਖਬਾਰਾਂ ਦੇ ਵਿੱਚ ਵੀ ਉਹਨਾਂ ਨੇ ਖਬਰਾਂ ਲਵਾਈਆਂ ਤੇ ਵੀਡੀਓ ਵੀ ਵਾਇਰਲ ਕੀਤੀ ਆ ਕਿ ਇੱਕ ਕਥਾਵਾਚਕ ਹਰਜਿੰਦਰ ਸਿੰਘ ਮਾਝੀ ਨੂੰ ਸਰਸੇ ਵਾਲਿਆਂ ਦਾ ਮਾਰਨ ਦਾ ਪਲਾਨ ਸੀ, ਉਹਨੂੰ ਮਾਰਨਾ ਚਾਹੁੰਦੇ ਸੀਗੇ ਪਰ ਉਹ ਕਾਮਯਾਬ ਨਹੀਂ ਹੋਏ। ਜਦੋਂ ਕਿ ਜਾਂਚ ਜਿਹੜੀ ਹੋਈ ਆ ਜਾਂਚ ਪੜਤਾਲ, ਉਹਦੇ 'ਚ ਕਿਤੇ ਵੀ ਚਾਰਜ ਸ਼ੀਟ ਦੇ ਵਿੱਚ ਐਸਾ ਜ਼ਿਕਰ ਨਹੀਂ ਆ। ਉਹ ਜਿਹੜੀ ਜਾਂਚ ਹੈ ਉਹਦੀਆਂ ਕਾਪੀਆਂ ਵੀ ਵਾਇਰਲ ਹੋ ਚੁੱਕੀਆਂ, ਤੁਸੀਂ ਦੇਖ ਸਕਦੇ ਆ। ਮੈਂ ਹੈਰਾਨ ਆ ਇਸ ਗੱਲ ਤੋਂ ਕਿ HS ਫੂਲਕਾ ਸਾਹਿਬ ਇੰਨੇ ਸੀਨੀਅਰ ਵਕੀਲ ਹੋ ਕੇ ਐਡਾ ਵੱਡਾ ਝੂਠ ਕਿਉਂ ਬੋਲ ਰਹੇ ਆ ਜਿਹੜਾ ਜਾਂਚ ਪੜਤਾਲ ਦੇ ਵਿੱਚ ਆਇਆ ਹੀ ਨਹੀਂ। ਇਹ ਜਿਹੜੀ ਗੱਲ ਵੀ ਸਰਸੇ ਵਾਲੇ ਮਾਝੀ ਨੂੰ ਮਾਰਨਾ ਚਾਹੁੰਦੇ, ਕੀ ਉਹ ਸਰਸੇ ਵਾਲੇ ਨੇ ਜਾਂ ਉਹਦੇ ਚੇਲਿਆਂ ਨੇ ਆ ਕੇ HS ਫੂਲਕਾ ਨੂੰ ਦੱਸਿਆ? ਕਿਉਂਕਿ ਉਹ ਜਾਂਚ ਪੜਤਾਲ 'ਚ ਤਾਂ ਕਿਤੇ ਹੈ ਨਹੀਂ। ਜਾਂਚ ਪੜਤਾਲ ਦੇ ਵਿੱਚ ਤਾਂ ਜਿਹੜਾ ਜ਼ਿਕਰ ਹੈ ਇੰਨਾ ਜ਼ਿਕਰ ਆ ਕਿ ਉਹਨੇ ਕਥਾ ਕੀਤੀ ਉਸ ਪਿੰਡ ਦੇ ਵਿੱਚ, ਉਹ ਵੀ ਕਥਾ ਕਰਨ ਤੋਂ ਪਹਿਲਾਂ ਉਹਨਾਂ ਦਾ ਸਮਝੌਤਾ ਹੋਇਆ। ਬਾਜਾਖਾਨਾ ਦੀ ਪੁਲਿਸ ਆਈ ਕਿ 3 ਦਿਨ ਦਾ ਕਥਾ ਸਮਾਗਮ ਆ, ਮਾਝੀ ਸਰਸੇ ਵਾਲਿਆਂ ਦੇ ਖਿਲਾਫ ਨਹੀਂ ਬੋਲੂਗਾ। ਇਹ ਸਮਝੌਤਾ ਹੋ ਕੇ ਫਿਰ ਕਥਾ ਹੋਈ। 2 ਦਿਨ ਉਹ ਬਿਲਕੁਲ ਨਹੀਂ ਬੋਲਿਆ। ਤੀਜੇ ਦਿਨ ਜਿਸ ਵੇਲੇ ਉਹ ਬੋਲਿਆ ਆਪਣੇ ਵਾਅਦੇ ਨੂੰ ਤੋੜ ਕੇ, ਜਿਹੜਾ ਕਿ ਉੱਥੇ ਪ੍ਰਬੰਧਕਾਂ ਦਾ, ਪੁਲਿਸ ਦਾ ਔਰ ਇਹ ਕਥਾ ਸਮਾਗਮ ਦਾ ਜਿਹੜਾ ਵਾਅਦਾ ਹੋਇਆ ਸੀ, ਆਪਸ ਵਿੱਚ ਸਮਝੌਤਾ ਹੋਇਆ ਸੀ, ਉਸ ਦਿਨ ਕੁਝ ਲੋਕਾਂ ਨੇ ਆਪਣੇ ਜਿਹੜੇ ਲੋਕਟ ਸੀ ਉਹ ਲਾ ਕੇ ਉੱਥੇ ਰੱਖੇ। ਸਿਰਫ ਬੁਰਜ ਜਵਾਹਰ ਸਿੰਘ ਵਾਲਾ ਦੀ ਗੱਲ ਸਾਹਮਣੇ ਆਉਂਦੀ ਆ। ਫੂਲਕਾ ਸਾਹਿਬ ਕਹ ਰਹੇ ਆਸੇ-ਪਾਸੇ ਪਿੰਡਾਂ ਦੇ ਲੋਕਾਂ ਨੇ ਜੀ ਆਪਣੇ ਲੋਕਟ ਲਾ ਕੇ ਸਿੱਟ ਤੇ। ਇਹ ਸਾਰੀਆਂ ਬਣਾਈਆਂ ਹੋਈਆਂ ਗੱਲਾਂ। ਇਹ ਲੂਣ ਵਿੱਚ ਆਟਾ ਗੁੰਨਣ ਵਾਲੀ ਗੱਲ HS ਫੂਲਕਾ ਸਾਹਿਬ ਦੀ ਝੂਠ ਬੋਲਿਆ ਗਿਆ। ਇੰਨਾ ਕੁ ਜ਼ਿਕਰ ਤਾਂ ਹੈ ਕਿ ਕੁਝ ਪ੍ਰਚਾਰਕ ਜਿਹੜੇ ਪ੍ਰਚਾਰ ਕਰਦੇ ਸੀਗੇ ਉਹ ਡੇਰੇ ਸਰਸੇ ਵਾਲਿਆਂ ਨੂੰ ਕਿਸੇ ਗੱਲੋਂ ਵੀ ਗਵਾਰਾ ਨਹੀਂ ਸੀ। ਉਹ ਨਹੀਂ ਸੀ ਚਾਹੁੰਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ, ਤੇ ਉਹਨਾਂ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਪਲਾਨਿੰਗ ਬਣਾਈ ਜਿਹੜੀ ਸਿਰੇ ਨਹੀਂ ਚੜ੍ਹ ਸਕੀ। ਇਹ ਸਾਰਾ ਉਸ ਜਾਂਚ ਪੜਤਾਲ ਦੇ ਵਿੱਚ ਜੋ ਚਲਾਨ ਪੇਸ਼ ਹੋਇਆ, ਚਾਰਜ ਸ਼ੀਟ ਹੋਈ, ਉਹਦੇ ਵਿੱਚ ਹਿੱਸਾ ਕੋਈ ਵੀ ਦੇਖ ਸਕਦਾ। ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪੋ ਆਪਣੇ ਧੜੇ ਨੂੰ ਪ੍ਰਮੋਟ ਕਰਨ ਵਾਲੀ ਅੱਜ ਧਰਮ ਨਾਲੋਂ ਧੜਾ ਜ਼ਿਆਦਾ ਪਿਆਰਾ ਕਰ ਲਿਆ। ਗੱਲ ਧਰਮ ਦੀ ਆ, ਧੜਿਆਂ ਦੀ ਨਹੀਂ। ਫੂਲਕਾ ਸਾਹਿਬ, ਧੜੇ ਨੂੰ ਪ੍ਰਮੋਟ ਤੁਸੀਂ ਕਿਉਂ ਪ੍ਰਮੋਟ ਕਰ ਰਹੇ ਆ? ਕਿਉਂਕਿ ਜਿਸ ਵੇਲੇ ਤੁਸੀਂ MLA ਦੀ ਇਲੈਕਸ਼ਨ ਲੜੀ ਸੀ ਆਮ ਆਦਮੀ ਪਾਰਟੀ ਵੱਲੋਂ, ਤਾਂ ਇਹਨਾਂ ਨੇ, ਚਾਹੇ ਉਹ ਮਾਝੀ ਆ, ਚਾਹੇ ਉਹ ਢਪਾਲੀ ਆ, ਚਾਹੇ ਪੰਥਪ੍ਰੀਤ ਸਿੰਘ ਆ, ਕੇਜਰੀਵਾਲ ਵੀ ਉਹਨਾਂ ਦੇ ਕੋਲ ਆਇਆ ਸੀਗਾ ਔਰ ਇਹਨਾਂ ਨੇ ਪਿੰਡਾਂ 'ਚ ਜਾ ਕੇ ਕਥਾ ਪ੍ਰਚਾਰ ਵੀ ਕੀਤਾ ਸੀ ਤੇ ਤੁਹਾਨੂੰ ਜਿਤਾਉਣ ਲਈ ਸਿਰ ਜੋੜ ਯਤਨ ਕੀਤੇ ਸੀ ਇਹਨਾਂ ਨੇ। ਤਾਂ ਕਰਕੇ ਅੱਜ ਤੁਸੀਂ ਉਹਨਾਂ ਦੇ ਧੜੇ 'ਚ ਖੜ੍ਹੇ ਆ, ਝੂਠ ਬੋਲ ਰਹੇ ਆ।
ਤੁਹਾਡੇ ਜਿਹੜੇ ਧੜੇ ਦੇ ਵਿੱਚ ਪੱਤਰਕਾਰ ਕੋਟਕਪੂਰੇ ਤੋਂ ਉਹਦੇ ਕੋਲੋਂ ਤੁਸੀਂ ਇਹ ਖਬਰ ਲਵਾਈ ਆ ਜਿਹੜੀ ਕਿ ਸਰਾਸਰੀ ਝੂਠ ਆ। ਉਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਜਾਂਚ ਪੜਤਾਲ 'ਚ ਕਿਤੇ ਵੀ ਨਹੀਂ ਆ। ਮੈਂ ਪੱਤਰਕਾਰ ਵੀਰਾਂ ਨੂੰ ਫੋਨ ਕਰੂੰਗਾ ਕਿ ਉਹ DIG ਖੱਟੜਾ ਨਾਲ ਸੰਪਰਕ ਕਰਨ, ਜਸਟਿਸ ਰਣਜੀਤ ਸਿੰਘ ਨਾਲ ਸੰਪਰਕ ਕਰਨ, ਉਹਨਾਂ ਤੋਂ ਜਾਣਕਾਰੀ ਲੈਣ ਵੀ ਇਹੋ ਜਿਹੀ ਗੱਲ ਕਿਤੇ ਹੈ। ਇਹ ਜਾਣ ਬੁੱਝ ਕੇ ਐਵੇਂ ਜਿਹੜਾ ਹੈਗਾ ਚੀਚੀ ਉਂਗਲ ਨੂੰ ਖੂਨ ਲਾ ਕੇ ਸ਼ਹੀਦ ਬਣਦੀਆਂ ਗੱਲਾਂ ਨੇ। ਫੂਲਕਾ ਸਾਹਿਬ ਕਿਉਂ ਇਗਨੋਰ ਕਰ ਰਹੇ ਆ, ਕਿਉਂ ਮੇਰੇ ਨਾਲ ਇਸ ਤਰੀਕੇ ਨਾਲ ਕਿ ਉਹਨਾਂ ਨੂੰ ਜਿਹੜਾ ਹੈਗਾ ਇੱਕ ਉਸ ਵਿਅਕਤੀ ਨੂੰ ਜਿਸ ਦਾ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ, ਉਹਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਆ ਕਿ ਸਰਸੇ ਵਾਲੇ ਬੜੇ ਉਹਦੇ ਵੈਰੀ ਜੀ, ਬੜਾ ਉਹਨੇ ਪ੍ਰਚਾਰ ਕੀਤਾ। ਜਦੋਂ ਕਿ ਅਸੀਂ 97-98 ਤੋਂ ਇੱਥੇ ਪ੍ਰਚਾਰ ਸ਼ੁਰੂ ਕੀਤਾ, ਜਿਸ ਵੇਲੇ ਤੋਂ ਉਸ ਵੇਲੇ ਤਾਂ ਉਹਦਾ ਪਤਾ ਵੀ ਨਹੀਂ ਸੀ ਕਿੱਥੇ ਉਹ ਹੈ ਵੀ ਆ ਜਾਂ ਨਹੀਂ ਆ। ਪਰ ਅਸੀਂ ਕਿਸੇ ਤੋਂ ਕੋਈ ਕ੍ਰੈਡਿਟ ਦੀ ਗੱਲ ਨਹੀਂ ਕਰਦੇ। ਸੱਚਾਈ ਜਿਹੜੀ ਆ ਉਹ ਸੰਗਤਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹਾਂ। ਸੰਗਤਾਂ ਸਭ ਜਾਣਦੀਆਂ ਨੇ ਜੋ ਅਸੀਂ ਗੁਰੂ ਗ੍ਰੰਥ ਪੰਥ ਦਾ ਪ੍ਰਚਾਰ ਕੀਤਾ। ਫੂਲਕਾ ਸਾਹਿਬ ਨੇ ਤਾਂ ਪਹਿਲਾਂ ਵੀ ਜਿਸ ਵੇਲੇ ਲਾਕਡਾਊਨ ਦੇ ਦੌਰਾਨ ਪਟਿਆਲਾ 'ਚ ਨਿਹੰਗ ਸਿੰਘਾਂ ਵਾਲੀ ਘਟਨਾ ਵਾਪਰੀ ਸੀ, ਉਦੋਂ ਵੀ ਫੂਲਕਾ ਸਾਹਿਬ ਕਹਿੰਦੇ ਸੀ ਵੀ 10 ਦਿਨਾਂ ਦੇ ਵਿੱਚ ਇਹਨਾਂ ਨੂੰ ਸਜ਼ਾ, ਜਿਹੜੀ ਦੋਸ਼ੀ ਸਾਹਮਣੇ ਆ ਜੀ ਪਛਾਣੇ ਹੋਏ ਆ, 10 ਦਿਨਾਂ 'ਚ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ। ਤੇ ਉਸ ਵੇਲੇ ਵੀ ਮੈਂ ਭਾਵੇਂ ਇੰਗਲੈਂਡ ਵਿੱਚ ਸੀ, ਉੱਥੋਂ ਹੀ ਇੰਟਰਵਿਊ ਦੇ ਕੇ ਮੈਂ ਸਟੇਟਮੈਂਟ ਜਾਰੀ ਕੀਤੀ ਸੀ ਕਿ ਨਿਹੰਗ ਸਿੰਘ ਅਗਲੇ ਦਿਨ ਵਿਸਾਖੀ ਦਾ ਦਿਨ ਹੈ, ਉਹ ਸਬਜ਼ੀ ਮੰਡੀ 'ਚ ਸਬਜ਼ੀ ਲੈਣ ਆਏ ਆ, ਪੁਲਿਸ ਨਾਲ ਟਕਰਾਅ ਹੋ ਗਿਆ। ਕੌਣ ਸਹੀ ਹੈ ਕੌਣ ਗਲਤ ਹੈ ਇਹ ਵੇਖਣਾ ਜਿਹੜਾ ਹੈਗਾ ਉਹ ਜਾਂਚ ਪੜਤਾਲ ਦਾ ਹਿੱਸਾ ਵਾ। ਪਰ ਫੂਲਕਾ ਸਾਹਿਬ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਤਾਂ ਉੱਥੇ ਸਜ਼ਾਵਾਂ ਦਿਵਾ ਨਹੀਂ ਸਕੇ। ਦਿੱਲੀ ਦੇ ਵਿੱਚ 30 ਸਾਲ ਤੋਂ ਵੱਧ ਸਮਾਂ ਲੰਘ ਗਿਆ, ਇੱਥੇ ਨਿਹੰਗ ਸਿੰਘਾਂ ਨੂੰ ਸਜ਼ਾ ਦਿਉਣ ਵਾਸਤੇ ਝੱਟ ਤਿਆਰ ਹੋ ਗਏ। ਤਾਂ ਮੈਂ ਕਿਹਾ ਸੀ ਫੂਲਕਾ ਸਾਹਿਬ, ਸਿੱਖਾਂ ਨੂੰ ਸਜ਼ਾ ਦੇਣ ਲਈ ਤੇ ਸਰਕਾਰਾਂ ਤੇ ਪੁਲਿਸ ਪਹਿਲਾਂ ਹੀ ਤਤਪਰ ਰਹਿੰਦੀ ਆ, ਤੁਹਾਡੀ ਕੀ ਲੋੜ ਆ, ਤੁਸੀਂ ਤੇ ਬਲਦੀ ਤੇ ਤੇਲ ਪਾ ਰਹੇ ਹੋ। ਤਾਂ ਮੈਨੂੰ ਲੱਗਦਾ ਵੀ ਫੂਲਕਾ ਸਾਹਿਬ ਨੂੰ ਇਸ ਗੱਲ ਦਾ ਜਿਹੜਾ ਗੁੱਸਾ ਮਨ ਦੇ ਅੰਦਰ ਕਿ ਦਾਦੂਵਾਲ ਨੇ ਮੇਰੀਆਂ ਜਿਹੜੇ ਮਨਸੂਬੇ ਸੀ ਉਹ ਫੇਲ ਕਰ ਦਿੱਤੇ, ਤੇ ਇਸ ਕਰਕੇ ਅੱਜ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ। ਮੈਂ ਫੂਲਕਾ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਟੇ ਵਿੱਚ ਲੂਣ ਗੁੱਝ ਸਕਦਾ, ਲੂਣ ਵਿੱਚ ਆਟਾ ਗੁੰਨਣ ਦੀ ਕੋਸ਼ਿਸ਼ ਨਾ ਕਰੋ ਤੇ ਧੜਿਆਂ ਨੂੰ ਉਭਾਰ ਕੇ। ਅੱਜ ਗੱਲ ਤਾਂ ਬੇਅਦਬੀ ਦੇ ਇਨਸਾਫ ਦੀ ਆ, ਤੁਸੀਂ ਕ੍ਰੈਡਿਟਾਂ ਵਾਲੇ ਪਾਸੇ ਤੁਰ ਪਏ, ਤੁਸੀਂ ਸਲੂਟ ਕਰਨ ਲੱਗ ਗਏ ਝੂਠ ਬੋਲ ਕੇ ਹੀ। ਸੋ ਇਸ ਕਰਕੇ ਕਥਾ ਪ੍ਰਚਾਰ ਕਰੇ ਕੋਈ, ਕਰੇ ਕੀਰਤਨ ਕਰੇ, ਧਰਮ ਦੀ ਗੱਲ ਕਰੇ, ਸਭ ਨੂੰ ਆਜ਼ਾਦੀ ਆ, ਹੋਣੀ ਚਾਹੀਦੀ ਆ, ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ। ਪਰ ਫੂਲਕਾ ਸਾਹਿਬ ਇੰਨਾ ਝੂਠ ਜਿਹੜਾ ਹੈਗਾ ਉਹ ਨਹੀਂ ਬੋਲਣਾ ਚਾਹੀਦਾ। ਤੁਹਾਨੂੰ ਜੱਦੋਜਹਿਦ ਕਰਨੀ ਚਾਹੀਦੀ ਹੈ ਕਿ ਜਿਹੜੀ ਜਾਂਚ ਹੈ CBI ਕੋਲੇ ਨਾ ਜਾਵੇ ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੀ ਕਰੇ, ਤੇ ਪੰਜਾਬ ਸਰਕਾਰ ਤੇ ਵੀ ਦਬਾਅ ਬਣੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਕੇਵਲ ਨਾਮਜ਼ਦ ਕਰਤਾ ਸਰਸੇ ਵਾਲਾ, ਇਹਦੇ ਨਾਲ ਕਹਾਣੀ ਨਹੀਂ ਮੁੱਕ ਗਈ, ਇਨਸਾਫ ਨਹੀਂ ਮਿਲ ਗਿਆ। ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਂਦਾ ਜਾਵੇ, ਕਿਉਂਕਿ ਜਿਨ੍ਹਾਂ ਬੇਅਦਬੀ ਕੀਤੀ ਉਹ ਫੜੇ ਗਏ, ਜਿਨ੍ਹੇ ਕਰਵਾਈ ਹੁਕਮ ਦਿੱਤਾ ਉਹ ਨਾਮਜ਼ਦ ਹੋ ਗਿਆ, ਫਿਰ ਜਿਨ੍ਹੇ ਉਹਨਾਂ ਨੂੰ ਬਚਾਇਆ ਛਤਰ ਛਾਇਆ ਦਿੱਤੀ, ਵਾਰੀ ਉਹਨਾਂ ਦੀ ਵੀ ਆਉਣੀ ਚਾਹੀਦੀ ਆ। ਇਨਸਾਫ ਮੰਗਦੇ ਸਿੱਖਾਂ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਬਹਿਬਲ ਤੇ ਕੋਟਕਪੂਰਾ, ਉਹਨਾਂ ਦੋਸ਼ੀਆਂ ਨੂੰ ਇਸ ਜਾਂਚ ਦਾ ਹਿੱਸਾ ਬਣਾ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ। ਸਾਰਿਆਂ ਨੂੰ ਇਸ ਪਾਸੇ ਉਪਰਾਲਾ ਕਰਨਾ ਚਾਹੀਦਾ, ਧੜਿਆਂ ਨਾਲੋਂ ਧਰਮ ਪਿਆਰਾ ਕਰਕੇ ਤੁਰਨਾ ਚਾਹੀਦਾ। ਇਹ ਨਹੀਂ ਕਿ ਧਰਮ ਨੂੰ ਪਿੱਛੇ ਛੱਡ ਕੇ ਕੂੜ ਬੋਲ ਮਰਦਾਰ ਖਾਏ। ਸਤਿਗੁਰ ਦੀ ਬਾਣੀ ਕਹਿੰਦੀ ਹੈ ਕਿ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀ ਹੈ। ਗੁਰੂ ਦੇ ਰਾਹ 'ਤੇ ਚੱਲਣਾ ਚਾਹੀਦਾ, ਸੱਚ ਦੇ ਰਾਹ 'ਤੇ। ਫੂਲਕਾ ਸਾਹਿਬ, ਤੁਹਾਡੀ ਪਹਿਲਾਂ ਵੀ ਉਸ ਗੱਲ ਦਾ ਸਾਰੇ ਪੰਥ ਨੇ ਇਤਰਾਜ਼ ਕੀਤਾ ਸੀ, ਤੇ ਅੱਜ ਦੂਸਰੀ ਵਾਰ ਤੁਸੀਂ ਇਹ ਜਿਹੜਾ ਸਾਡੇ ਸਾਹਮਣੇ ਝੂਠ ਆਇਆ ਤੁਹਾਡਾ, ਇਹਦਾ ਵੀ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਰੋਸ ਆ। ਇਹਨਾਂ ਗੱਲਾਂ ਨੂੰ ਦਰੁਸਤ ਕਰੋ ਤੇ ਝੂਠ ਬੋਲਣ ਦੀ ਜਿਹੜੀ ਆ ਮਾਫੀ ਆ ਉਹ ਸਿੱਖ ਕੌਮ ਤੋਂ ਮੰਗੋ, ਤੇ ਇਸ ਪਾਸੇ ਜ਼ੋਰ ਲਾਓ ਕਿ ਜਾਂਚ ਪੜਤਾਲ ਜਿਹੜੀ ਆ CBI ਕੋ ਨਾ ਜਾਵੇ। ਇਹ ਪੰਜਾਬ ਸਰਕਾਰ, ਪੰਜਾਬ ਪੁਲਿਸ, SIT ਰਣਵੀਰ ਸਿੰਘ ਖੱਟੜਾ ਦੇ ਕੋਲ ਹੀ ਰਹੇ, ਤੇ ਜਿਹੜਾ ਮੌੜ ਬੰਬ DIG ਖੱਟੜਾ ਨੂੰ ਦਿੱਤੀ ਜਾਵੇ, ਕਿਉਂਕਿ ਉਹਨੇ ਪਹਿਲਾਂ ਉਹਦੇ 'ਚ ਬਹੁਤ ਵਰਕ ਕੀਤਾ, ਹੁਣ ਉਹ ਵਾਪਸ ਲੈ ਲਈ ਸੀ ਸਰਕਾਰ ਨੇ। ਤਾਂ ਉਹਦੇ ਵਿੱਚ ਵੀ ਸਰਸੇ ਵਾਲਾ ਸਿੱਧੇ ਤੌਰ 'ਤੇ ਦੋਸ਼ੀ ਆ। ਉਹਦੇ ਡੇਰੇ ਦੇ ਵਿੱਚੋਂ ਕਾਰ ਮੋਡੀਫਾਈ ਹੋ ਕੇ ਆਈ ਸੀ, ਉਹਦੇ ਵਿੱਚ ਧਮਾਕਾ ਸਮੱਗਰੀ ਆਈ, 6 ਮਾਸੂਮ ਬੱਚਿਆਂ ਦੀਆਂ ਜਾਨਾਂ ਗਈਆਂ, ਤੇ ਇੱਕ ਬੱਚਾ ਅਜੇ ਵੀ ਮੌੜ ਮੰਡੀ 'ਚ ਘਰ 'ਚ ਪਿਆ ਆਪਣੇ ਮੰਜੀ ਤੇ ਤੜਫਦਾ, ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਉਹਨਾਂ ਲੋਕਾਂ ਨੂੰ ਇਨਸਾਫ ਮਿਲ ਸਕੇ ਕਿ ਸਰਸੇ ਵਾਲੇ ਨੂੰ ਹੋਰ ਸਖਤ ਤੋਂ, ਜਿਹੜਾ ਅੱਜ ਵੀ ਸੁਨਾਰੀਆ ਜੇਲ੍ਹ 'ਚ ਬੰਦ ਆ, ਉਹਨੂੰ ਹੋਰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦਿੱਤੀ ਜਾ ਸਕੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।